ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਲਿਮਟਿਡ ਗਿਆਨ। ਦੀਪ ਸਿੱਧੂ ਦੇ ਬੇਵਕਤੀ ਚਲੇ ਜਾਣ ਤੋਂ ਲੈ ਕੇ ਹੁਣ ਤੱਕ ਜੋ ਸਭ ਤੋਂ ਵੱਡਾ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਖਟਕ ਰਿਹਾ ਸੀ ਉਹ ਇਹ ਸੀ ਕਿ ਦੀਪ ਸਿੱਧੂ ਦੇ ਨਾਲ ਆਖਰੀ ਸਮੇਂ ਮੌਜੂਦ ਰੀਨਾ ਰਾਏ ਆਖਿਰ ਇਸ ਮਸਲੇ ਤੇ ਕਿਉਂ ਨਹੀਂ ਬੋਲ ਰਹੀ, ਕਿਉਂ ਉਹ ਅਸਲ ਸੱਚ ਸਾਹਮਣੇ ਨਹੀਂ ਲੈ ਕੇ ਆਉਂਦੀ, ਸਿਰਫ ਇੰਸਟਾਗ੍ਰਾਮ ਤੇ ਪੋਸਟਾਂ ਪਾ ਕੇ ਹੀ ਆਪਣਾ ਪੱਖ ਕਿਉਂ ਰੱਖ ਰਹੀ ਹੈ, ਕਿਉਂ ਰੀਨਾ ਰਾਏ ਵਾਪਸ ਚਲੀ ਗਈ ਸੀ, ਦੀਪ ਸਿੱਧੂ ਦੀ ਮੌਤ ਤੋਂ ਬਾਅਦ ਕਿਉਂ ਉਹ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਨਹੀਂ ਹੋਈ ਸੀ। ਇਹ ਵੱਡੇ ਸਵਾਲ ਸਨ ਜੋ ਕਿ ਰੀਨਾ ਰਾਏ ਤੋਂ ਹੁਣ ਤੱਕ ਪੁੱਛੇ ਜਾ ਰਹੇ ਸਨ। ਦੱਸ ਦਈਏ ਕਿ ਰੀਨਾ ਰਾਏ ਇੱਕ ਰੇਡੀਓ ਸ਼ੋਅ ਤੇ ਸਾਹਮਣੇ ਆਈ ਹੈ। ਪਹਿਲੀ ਵਾਰ ਸਾਹਮਣੇ ਆ ਕੇ ਉਹਨੇ ਆਪਣਾ ਪੱਖ ਰੱਖਿਆ। ਕੀ ਪੱਖ ਰੱਖਿਆ, ਕੀ ਗੱਲਾਂ ਬਾਤਾਂ ਦੱਸੀਆਂ ਨੇ, ਕੀ ਅਸਲ ਸੱਚ ਦੱਸਿਆ ਉਸ ਕਾਲੀ ਰਾਤ ਦਾ, ਆਓ ਦਿਖਾਉਣ ਦੇ ਲਈ ਤੁਹਾਨੂੰ ਲੈ ਚੱਲਦੇ ਹਾਂ ਰੀਨਾ ਰਾਏ ਦੀ ਇਸ ਵੀਡੀਓ ਵੱਲ। ਰੀਨਾ ਰਾਏ ਦੀਆਂ ਗੱਲਾਂ ਬਾਤਾਂ ਸੁਣਨ ਤੋਂ ਬਾਅਦ ਤੁਸੀਂ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਕੇ ਜਾਣਾ ਕਿ ਤੁਹਾਨੂੰ ਕੀ ਲੱਗਦਾ ਰੀਨਾ ਰਾਏ ਵੱਲੋਂ ਜੋ ਪੱਖ ਰੱਖਿਆ ਗਿਆ, ਜੋ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਗਈਆਂ ਨੇ, ਜੋ ਖੁਲਾਸਾ ਕੀਤਾ ਗਿਆ, ਕੀ ਤੁਸੀਂ ਉਸ ਦੇ ਨਾਲ ਸੈਟੀਸਫਾਈ ਹੋ? ਤੁਹਾਨੂੰ ਲੱਗਦਾ ਹੈ ਕਿ ਰੀਨਾ ਰਾਏ ਨੇ ਜੋ ਕੁਝ ਦੱਸਿਆ ਉਹ ਸਹੀ ਹੈ? ਉਹ ਵੀ ਤੁਸੀਂ ਜ਼ਰੂਰ ਕਮੈਂਟ ਦੇ ਵਿੱਚ ਆਪਣੀ ਰਾਏ ਸਾਂਝੀ ਕਰਕੇ ਜਾਣਾ। ਤੇ ਨਾਲ ਹੀ ਤੁਹਾਡੇ ਨਾਲ ਦੀਪ ਸਿੱਧੂ ਦੀ ਇੱਕ ਹੋਰ ਖਾਸ ਵੀਡੀਓ ਵੀ ਸਾਂਝੀ ਕਰਾਂਗੇ, ਸੋ ਤੁਸੀਂ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹਿਣਾ। ਤੇ ਨਾਲ ਹੀ ਨਵੇਂ ਦੋਸਤ ਜਿਹੜੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਜਾਂ ਫਿਰ ਜਿਨ੍ਹਾਂ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ, ਹਰ ਇੱਕ ਤਾਜ਼ਾ ਖਬਰ ਤੇ ਖਾਸ ਅਪਡੇਟਸ ਪਹਿਲਾਂ ਦੇਖਣ ਦੇ ਲਈ ਹੁਣੇ ਵੀਡੀਓ ਦੇ ਥੱਲੇ ਦਿਖ ਰਹੇ ਰੈੱਡ ਕਲਰ ਦੇ ਸਬਸਕ੍ਰਾਈਬ ਬਟਨ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਆਲ ਵਾਲੀ ਆਪਸ਼ਨ ਤੇ ਜ਼ਰੂਰ ਸਿਲੈਕਟ ਕਰ ਲੈਣਾ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚਦੀ ਰਹੇ ਸਭ ਤੋਂ ਪਹਿਲਾਂ। ਸੋਨੂ ਨੂੰ ਦੱਸ ਦਿੰਦੇ ਆ ਕਿ ਤੂੰ ਚੱਲ ਜਾ, ਅਸੀਂ ਅੱਗੇ ਬੰਬੇ ਨੂੰ ਚੱਲ ਜਾਣਾ। ਫਿਰ ਮੈਂ ਕਿਹਾ ਠੀਕ ਆ, ਫਿਰ ਉਹਨੂੰ ਰੋਕ ਲਾ। ਫਿਰ ਉਹਨੇ ਹੀ ਫਲੈਸ਼ ਹਿਸ ਹੈਡਲਾਈਟਸ ਸੋਨੂ ਗੱਡੀ ਰੋਕੀ। ਫਿਰ ਅਸੀਂ ਸਾਈਡ ਤੇ ਰੋਕ ਲਈ। ਸੋਨੂ ਬਾਹਰ ਆਇਆ ਤਾਂ ਫਿਰ ਦੀਪ ਨੇ ਕਿਹਾ ਕਿ ਸੋਨੂ ਤੂੰ ਚੱਲ ਜਾ ਕਿ ਅਸੀਂ ਵਾਪਸ ਚੱਲ ਜਾਣਾ ਹੈ ਨਾ ਘਰ ਨੂੰ, ਬੰਬੇ ਨੂੰ। ਤਾਂ ਫਿਰ ਕਹਿੰਦਾ ਠੀਕ ਹੈ ਭਈਆ ਆਪ ਜਾਓ, ਠੀਕ ਹੈ। And he speaks Hindi. And Deep ਕਹਿੰਦਾ ਪਹਿਲੋਂ let's give him some chocolates because he has two sons. Sonu. ਮੈਂ ਕਿਹਾ ਠੀਕ ਹੈ। But I got out. I got some chocolates for him and some mixed nuts and ਮੈਂ ਸੋਨੂ ਨੂੰ ਉਦੋਂ ਫੜਾਤੇ ਸੀ। And we stopped for a good maybe 10 minutes. ਤਾਂ ਫਿਰ ਸੋਨੂ ਚੱਲ ਗਿਆ and we get back on the road. And Deep ਨੇ ਕਿਹਾ after maybe I would say 15 ਮਿੰਟ ਕਹਿੰਦਾ ਪੰਜਾਬ ਨੂੰ ਚੱਲ ਜਾਂਦੇ ਆ। ਮੈਂ ਕਿਹਾ ਓਕੇ ਠੀਕ ਆ। and ਮੈਂ ਕਿਹਾ that's fine, let's go to Punjab. and we're driving and deep in my conversation with him probably had the last 5 years of our relationship. He was pouring his heart out. I don't know, it was just why I don't know pata what it was, what's happening. And he said, as he eats his chocolates, as he's having his snacks and he's enjoying and how we always are with one another, nobody else exists, just me and him. And that's how our relationship's always been. ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਨ ਗੁਰਪੁਰਬ ਦਾ, ਗੁਰੂ ਨਾਨਕ ਸਾਹਿਬ ਦੇ ਆਗਮਨ ਦੇ ਦਿਵਸ ਤੇ ਉਸ ਦਿਨੇ ਜੋ ਅੱਜ ਸਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ, ਪਹਿਲੀ ਗੱਲ ਤਾਂ ਇਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਇਆ। ਲਿਟਰਲੀ ਉਹੀ ਜਮਾਂ ਪ੍ਰਤੱਖ ਹੋ ਗਈ ਗੱਲ। ਇਹ ਜਦੋਂ ਆਪਾਂ ਕਹਿ ਰਹੇ ਸੀ ਸਾਡਾ ਸੰਘਰਸ਼ ਅਕਾਲ ਪੁਰਖ ਵਾਹਿਗੁਰੂ ਦੀ ਅਗਵਾਈ 'ਚ ਚੱਲ ਰਿਹਾ, ਗੁਰੂ ਨਾਨਕ ਸਾਹਿਬ 10ਵੇਂ ਪਾਤਸ਼ਾਹ ਆਪ ਅਗਵਾਈ ਦੇ ਰਹੇ ਆ ਇਸ ਸੰਘਰਸ਼ ਨੂੰ, ਇਹ ਗੱਲ ਪ੍ਰਤੱਖ ਹੋ ਗਈ। ਕਲਾ ਕਿਵੇਂ ਵਾਪਰਦੀ ਆ ਇਹ ਵੀ ਪ੍ਰਤੱਖ ਹੋ ਗਈ। ਦੇਖੋ ਤੁਸੀਂ, ਜਿਸ ਆਪਾਂ ਸੰਘਰਸ਼ ਕਰਨਾ ਸ਼ੁਰੂ ਕੀਤਾ ਉਸੇ ਨਿਸ਼ਾਨ ਸਾਹਿਬ ਦੇ ਜਸ਼ਨ ਮਨਾਉਣ ਵਾਲੇ ਦਿਨ 3 ਖੇਤੀ ਕਾਨੂੰਨ ਰੱਦ ਹੁੰਦੇ ਆ। ਹੁਣ ਗੱਲ ਜਿਹੜੀ ਸਾਡੇ ਲਈ ਸਮਝਣ ਵਾਲੀ ਆ ਉਹ ਇਹ ਆ ਵੀ ਬਹੁਤ ਬੰਦੇ ਇਹ ਗੱਲ ਕਹਿ ਰਹੇ ਸੀ ਵੀ ਇਹ ਇਕੱਲੇ ਸਿੱਖਾਂ ਦੀ ਲੜਾਈ ਨਹੀਂ ਆ, ਪਰ ਆਪਾਂ ਇਵੈਂਟਸ ਨੂੰ ਸਮਝੀਏ। ਪਹਿਲਾਂ
ਇਹਨਾਂ ਦਾ ਇੱਕ ਵੱਡਾ ਲੀਡਰ ਮੇਘਾਲਿਆ ਦਾ ਗਵਰਨਰ ਇੱਕ ਇੰਟਰਵਿਊ ਜਾਂ ਇੱਕ ਆਪਦੇ ਭਾਸ਼ਣ ਦੌਰਾਨ ਇਹ ਗੱਲ ਕਰਦਾ ਵੀ ਜੋ 26 ਜਨਵਰੀ ਤੇ ਹੋਇਆ ਕੁਝ ਵੀ ਗਲਤ ਨਹੀਂ ਸੀ। 26 ਜਨਵਰੀ ਤੇ ਉਸ ਗੁਰੂ ਸਾਹਿਬ ਦੇ ਪੁੱਤਾਂ ਨੂੰ ਜਿਹਨੇ ਆਪਦਾ ਸੀਸ ਦਿੱਤਾ ਉੱਥੇ, ਜਿਹਨੇ ਆਪਦਾ ਸਿਰ ਦਿੱਤਾ ਉੱਥੇ, ਉਹਨਾਂ ਨੂੰ ਨਿਸ਼ਾਨ ਸਾਹਿਬ ਚੜਾਉਣ ਦਾ ਪੂਰਾ ਹੱਕ ਆ। ਜੇ ਉਹ ਨਹੀਂ ਚੜਾਉਣਗੇ ਤਾਂ ਕੌਣ ਚੜਾਉਣਗੇ? ਉਸ ਗੱਲ ਨੂੰ ਪ੍ਰਚਾਰਿਆ ਜਾਂਦਾ ਬਹੁਤ ਵੱਡੇ ਲੈਵਲ ਤੇ, ਸਭ ਕਿਤੇ ਵਾਇਰਲ ਕੀਤੀ ਜਾਂਦੀ ਹੈ ਗੱਲ। ਉਦੋਂ ਬਾਅਦ ਅਗਲੀ ਗੱਲ ਇਹ ਆਉਂਦੀ ਆ ਵੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦਿੱਤਾ ਜਾਂਦਾ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਦਾ ਤੇ ਨਾਲ ਗੁਰਪੁਰਬ ਵਾਲੇ ਦਿਨ ਗੁਰਪੁਰਬ ਦੀਆਂ ਵਧਾਈਆਂ ਦੇ ਕੇ 3 ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਂਦੇ ਆ। ਸੋ ਜਿਹੜੀ ਗੱਲ ਵਾਪਰ ਰਹੀ ਆ ਉਸ ਤੋਂ ਸਾਡੀ ਸਮਝ 'ਚ ਇੱਕ ਗੱਲ ਤਾਂ ਆ ਗਈ ਵੀ ਕਿਸ ਤਰ੍ਹਾਂ ਇਹ ਐਜ਼ ਅ ਕਮਿਊਨਿਟੀ ਹੈ ਨਾ ਗੁਰੂ ਸਾਹਿਬ ਦੀ ਅਗਵਾਈ 'ਚ, ਗੁਰੂ ਸਾਹਿਬ ਦੇ ਸਿਧਾਂਤਾਂ ਤੇ ਆਪਾਂ ਖੜ ਕੇ ਇੱਕ ਲੜਾਈ ਲੜੀ ਆ। ਹਰ ਸਾਡਾ ਕਿਸਾਨ ਉੱਥੇ ਜਿਹੜਾ ਬੈਠਾ ਬਾਰਡਰਾਂ ਤੇ, ਹਰ ਸੰਘਰਸ਼ੀ ਬੰਦਾ, ਹਰ ਕਿਸੇ ਦੀ ਜਿੱਤ ਆ। ਪਰ ਇਹ ਜਿੱਤ ਨੇ ਇੱਕ ਕੰਮ ਹੋਰ ਸਾਨੂੰ ਸਮਝਾਉਣਾ ਆ, ਇੱਕ ਇਹਦੇ ਪਿੱਛੇ ਚੱਲ ਰਹੀ ਜਿਹੜੀ ਪੋਲਿਟਿਕਸ ਆ ਉਹਨੂੰ ਸਮਝਣਾ ਵੀ ਬੜਾ ਜ਼ਰੂਰੀ ਆ ਵੀ ਇਹ ਕਿਸ ਕਮਿਊਨਿਟੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਹ ਗੱਲ ਸਾਡੇ ਲਈ ਸਮਝਣੀ ਬਹੁਤ ਜ਼ਰੂਰੀ ਆ ਵੀ ਸਰਕਾਰ, ਮੋਦੀ ਗਵਰਨਮੈਂਟ ਜਾਂ ਸਟੇਟ ਕਿਸ ਕਮਿਊਨਿਟੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਇਸ ਕਰਕੇ ਅਵੇਸਲੇ ਨਾ ਹੋਇਓ। ਸਾਨੂੰ ਹਜੇ ਅਵੇਸਲੇ ਹੋਣ ਦੀ ਕੋਈ ਲੋੜ ਨਹੀਂ। ਹਜੇ ਐਲਾਨੀਆਂ ਤੌਰ ਤੇ ਉਹਨਾਂ ਨੇ ਆ ਕੇ ਜੋ ਅੱਜ ਗੱਲਾਂ ਕੀਤੀਆਂ ਸਿਰਫ ਉਹ ਸਾਡੇ ਸਾਹਮਣੇ ਆਈਆਂ। ਇਦੋਂ ਬਾਅਦ ਕੀ ਹੋਣਾ, ਇਦੋਂ ਬਾਅਦ ਦੀ ਕੀ ਜਿਹੜੀ ਘਟਨਾਵਾਂ ਦੀ ਅਹਿਮੀਅਤ ਹੋਊਗੀ, ਉਹ ਕੀ ਹੋਊਗੀ, ਇਹ ਦੇਖਣਾ ਸਾਡੇ ਲਈ ਬਹੁਤ ਜ਼ਰੂਰੀ ਆ। ਕਿਉਂਕਿ ਇੱਥੇ 3 4 5 ਗੱਲਾਂ ਸਾਡੇ ਲਈ ਵਾਚਣੀਆਂ ਬਹੁਤ ਜ਼ਰੂਰੀ ਆ। ਪਹਿਲੀ ਗੱਲ, ਬੀਜੇਪੀ ਗੌਰਮੈਂਟ ਬਿਨਾਂ ਕਿਸੇ ਡਿਸਕਸ਼ਨ ਤੋਂ ਜਾਂ ਜਿਹੜੇ ਲੋਕ ਇਹਨਾਂ ਖੇਤੀ ਬਿੱਲਾਂ ਤੋਂ ਪ੍ਰਭਾਵਿਤ ਹੁੰਦੇ ਆ ਉਹਨਾਂ ਦੇ ਨਾਲ ਕੋਈ ਡਿਸਕਸ਼ਨ ਕਰਨ ਜਾਂ ਪਾਰਲੀਮੈਂਟ 'ਚ ਕੋਈ ਡਿਸਕਸ਼ਨ ਹੋਈ ਹੋਵੇ, ਇਹ ਬਿਨਾਂ ਕਿਸੇ ਡਿਸਕਸ਼ਨ ਤੋਂ ਖੇਤੀ ਬਿੱਲ ਤੇ ਕਾਨੂੰਨ ਲਾਗੂ ਕਰ ਦਿੰਦੇ ਆ। ਫਿਰ ਬਿਨਾਂ ਕਿਸੇ ਡਿਸਕਸ਼ਨ ਤੋਂ ਖੇਤੀ ਕਾਨੂੰਨ ਰੱਦ ਕਰ ਦਿੰਦੇ ਆ, ਰਿਪੀਲ ਕਰ ਦਿੰਦੇ ਆ। ਸੋ ਇਸ ਗੱਲ ਨੂੰ ਸਮਝਣਾ ਵੀ ਜਦੋਂ ਇਹ ਲਾਗੂ ਕਰ ਰਹੇ ਸੀ ਉਦੋਂ ਇਹਨਾਂ ਨੇ ਕੀ ਸੋਚਿਆ ਤੇ ਅੱਜ ਜੇ ਰਿਪੀਲ ਕੀਤੀ ਅੱਜ ਕੀ ਸੋਚ ਰਹੇ ਆ, ਸਾਡੇ ਲਈ ਬਹੁਤ ਜ਼ਰੂਰੀ ਆ। ਪਹਿਲੀ ਗੱਲ। ਦੂਜੀ ਗੱਲ, ਜਿਹੜਾ ਵੀ ਕੋਈ ਇਸ ਮੋਦੀ ਗਵਰਨਮੈਂਟ ਨੂੰ ਕੁਐਸਚਨ ਕਰਦਾ ਉਹਨੂੰ ਜਾਂ ਤਾਂ ਖਾਲਿਸਤਾਨੀ ਜਾਂ ਜਿਹਾਦੀ ਜਾਂ ਮਾਓਇਸਟ ਕਹਿ ਕੇ ਉਹਨੂੰ ਬ੍ਰਾਂਡ ਕਰ ਦੇਣਾ। ਇਹਨਾਂ ਨੂੰ ਕੋਈ ਕੁਐਸਚਨ ਕਰ ਲਓ ਤੁਸੀਂ ਐਂਟੀ ਨੈਸ਼ਨਲ ਹੋ। ਐਂਟੀ ਨੈਸ਼ਨਲ ਸਾਨੂੰ 26 ਜਨਵਰੀ ਵਾਲੇ ਦਿਨ ਵੀ ਦਿਖਾਇਆ ਗਿਆ। ਤੁਸੀਂ ਇਹ ਵੇਖੋ 26 ਜਨਵਰੀ ਵਾਲੇ ਦਿਨ ਸਾਨੂੰ ਖਾਲਿਸਤਾਨੀ ਦੱਸਿਆ ਗਿਆ ਆ ਕਿ ਅਸੀਂ ਉੱਥੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਆਏ ਤੇ ਤਿਰੰਗੇ ਦਾ ਅਸੀਂ ਨਿਰਾਦਰ ਕੀਤਾ, ਤਿਰੰਗਾ ਲਾ ਕੇ ਸਿੱਟਿਆ। ਮੀਡੀਆ ਦੀਆਂ ਰਿਪੋਰਟਸ ਚੈੱਕ ਕਰੋ। ਇਹਦਾ ਮਤਲਬ ਅੱਜ ਤੁਸੀਂ ਖਾਲਿਸਤਾਨੀਆਂ ਦੀਆਂ ਮੰਗਾਂ ਨੂੰ ਠੀਕ ਮੰਨ ਲਿਆ। 26 ਜਨਵਰੀ ਨੂੰ ਉਹੀ ਇੰਬੈਡਡ ਜਿਹੜਾ ਇੱਕ ਮੀਡੀਆ, ਗੋਦੀ ਮੀਡੀਆ, ਉਹ ਇਹਨੂੰ ਹਿੰਸਾ ਦਿਖਾ ਰਿਹਾ ਸੀ। ਵੀ ਜੇ ਹਿੰਸਾ ਜਿਹੜੀ ਹੁੰਦੀ ਆ ਉਹ ਤਾਂ ਪ੍ਰੀ ਪਲਾਨਡ ਗੱਲ ਹੁੰਦੀ ਆ। ਉੱਥੇ ਤਾਂ ਲੋਕ ਹਥਿਆਰ ਲੈ ਕੇ ਆਉਂਦੇ ਆ, ਪੈਟਰੋਲ ਲੈ ਕੇ ਆਉਂਦੇ ਆ, ਕੋਈ ਇਨਫਲੇਮੇਬਲ ਕੋਈ ਚੀਜ਼ਾਂ ਲੈ ਕੇ ਆਉਂਦੇ ਆ ਜਿਹਦੇ ਨਾਲ ਅੱਗਾਂ ਲਾਈਆਂ ਜਾ ਸਕਣ, ਲੁੱਟ ਖਸੋ ਹੋ ਸਕੇ। ਨਾ ਕੋਈ ਲੁੱਟ ਖਸੋ ਹੋਈ, ਨਾ ਕਿਸੇ ਤਰ੍ਹਾਂ ਦੀ ਹਿੰਸਾ ਹੋਈ, ਪਰ ਕਿਸ ਤਰ੍ਹਾਂ ਪ੍ਰੋਜੈਕਟ ਕੀਤਾ ਗਿਆ। ਪਰ ਸਾਡੇ ਲਈ 26 ਜਨਵਰੀ ਨੂੰ ਇੰਨਾ ਕਿ ਦਿਖਾਉਣਾ ਵੀ ਇਹ ਕਮਿਊਨਿਟੀ ਜਾਂ ਇਹ ਕਿਹੜੇ ਲੋਕ ਆ ਜਿਹੜੇ ਨਿਸ਼ਾਨ ਸਾਹਿਬ ਦੀ ਅਗਵਾਈ 'ਚ ਤੇ ਕਿਸਾਨੀ ਝੰਡੇ ਨੂੰ ਨਾਲ ਰੱਖ ਕੇ, ਨਿਸ਼ਾਨ ਸਾਹਿਬ ਦੀ ਅਗਵਾਈ 'ਚ ਕਿਸਾਨੀ ਝੰਡੇ ਨੂੰ ਨਾਲ ਰੱਖ ਇੱਕ ਜਿਹੜੀ ਇੱਕ ਸਿੰਬੋਲਿਕ ਅਸੀਂ ਆਪਦੀ ਤਾਕਤ ਜ਼ਾਹਰ ਕੀਤੀ। ਸਟੇਟ ਨੂੰ ਇਹ ਦੱਸਿਆ ਵੀ ਸਾਡੀ ਐਬਿਲਿਟੀ ਕੀ ਆ, ਅਸੀਂ ਕਰ ਕੀ ਸਕਦੇ ਆ। ਤੁਸੀਂ ਇਹ ਗੱਲ ਸਮਝੋ ਸਿੰਬੋਲਿਕਲੀ ਸਾਡੇ ਪ੍ਰੋਟੈਸਟ ਨੂੰ ਕਿੰਨਾ ਬਦਨਾਮ ਕੀਤਾ ਗਿਆ। ਅੱਜ ਉਸੇ ਪ੍ਰੋਟੈਸਟ ਦੀ ਵਿਕਟਰੀ ਆ ਜਿਹੜਾ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੂਲਿਆ ਸੀ, ਜਿਹਨੇ ਇਸ ਸੰਘਰਸ਼ ਨੂੰ
ਕੱਲੇ ਦੇਸ਼ 'ਚ ਨਹੀਂ, ਇੰਟਰਨੈਸ਼ਨਲੀ ਐਕਨੋਲੇਜ ਕੀਤਾ ਸੀ ਵੀ ਇਹ ਲੋਕ ਆਪਦੇ ਹੱਕ ਲੈਣ ਖਾਤਰ ਸੜਕਾਂ ਤੇ ਆ, ਤੰਬੂਆਂ 'ਚ ਬੈਠੇ ਆ, ਸਰਦੀ ਗਰਮੀ ਹੜ੍ਹ ਹਨੇਰੀ ਸਭ ਕੁਝ ਹੰਢਾਈ ਜਾਂਦੇ ਆ। ਕਦੇ ਮੀਂਹ ਨਾਲ ਪਾਣੀ ਆ ਗਿਆ, ਕਦੇ ਅੱਗਾਂ ਲੱਗ ਗਈਆਂ, ਕਦੇ ਹਨੇਰੀ ਵੱਗ ਗਈ, ਕਦੇ ਉੱਥੇ ਤੱਤੀਆਂ ਠੰਡੀਆਂ ਹਵਾਵਾਂ, ਕੀ ਕੁਛ ਨਹੀਂ ਹੰਢਾਇਆ। ਸੋ ਇਹ ਸਾਡੀ ਕਲੈਕਟਿਵ ਵਿਕਟਰੀ ਆ, ਇਹ ਕਿਸੇ ਇੰਡੀਵਿਜੂਅਲ ਬੰਦੇ ਦੀ ਵਿਕਟਰੀ ਨਹੀਂ ਆ, ਇਹ ਉਸ ਗੁਰੂ ਦੀ ਕਲਾ ਵਾਪਰੀ ਆ। ਤੇ ਇੱਕ ਜਿਹੜੀ ਗੱਲ ਆਪਾਂ ਕਹਿੰਦੇ ਸੀ ਹਮੇਸ਼ਾ ਹੀ ਅਕਾਲ ਪੁਰਖ ਵਾਹਿਗੁਰੂ ਦੀ ਅਗਵਾਈ 'ਚ ਇਹ ਸੰਘਰਸ਼ ਲੜਿਆ ਜਾ ਰਿਹਾ। ਦੇਖ ਲਓ ਅੱਜ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਵਾਲੇ ਦਿਨ ਉਹਨਾਂ ਦੇ ਪ੍ਰਕਾਸ਼ ਦਿਹਾੜੇ ਤੇ 3 ਖੇਤੀ ਕਾਨੂੰਨ ਰੱਦ ਕੀਤੇ ਜਾਂਦੇ ਆ। ਹੁਣ ਜਿਹੜੀ ਗੱਲ ਮੈਂ ਕਹੀ ਸੀ ਵੀ ਇਹ ਗੱਲਾਂ ਕਿਉਂ ਸਿੱਖਾਂ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਇਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਪੋਲਿਟਿਕਸ ਆ। ਕਿਉਂਕਿ 3 ਖੇਤੀ ਕਾਨੂੰਨ ਇਕੱਲੇ ਸਾਡੇ ਲਈ ਅਹਿਮੀਅਤ ਨਹੀਂ ਰੱਖਦੇ ਸੀ, ਇਹ ਆਪਾਂ ਪਹਿਲਾਂ ਵੀ ਕਹਿੰਦੇ ਸੀ ਵੀ ਕਾਨੂੰਨ ਰੱਦ ਵੀ ਹੋ ਜਾਣਗੇ ਤਾਂ ਕਿਸਾਨਾਂ ਦੀਆਂ ਜ਼ਿੰਦਗੀਆਂ ਉੱਥੇ ਹੀ ਖੜੀਆਂ, ਉਹਨਾਂ ਤੇ ਕਰਜ਼ੇ, ਉਹਨਾਂ ਦੀ ਖੁਦਕੁਸ਼ੀਆਂ ਨਹੀਂ ਰੁਕਦੀਆਂ, ਉਹਨਾਂ ਦੀਆਂ ਜ਼ਿੰਦਗੀਆਂ ਨਹੀਂ ਕਿਸੇ ਢੰਗ 'ਚ ਬਿਹਤਰ ਹੁੰਦੀਆਂ ਜਾਂ ਇਦੋਂ ਕਿਸੇ ਚੰਗੀ ਹਾਲਾਤ 'ਚ ਨਹੀਂ ਆਉਂਦੇ ਉਹ, ਹੈ ਨਾ। ਸੋ ਇਸ ਖਾਤਰ ਇਹ ਸੰਘਰਸ਼ ਤੇ ਇਹ ਲੜਾਈ ਜਾਰੀ ਆ, ਇਹ ਸਾਡੀ ਹੋਂਦ ਦੀ ਲੜਾਈ ਆ। ਸਾਡੀ ਹੋਂਦ ਨੂੰ ਜਦੋਂ ਵੰਗਾਰੋਗੇ ਇਹ ਗੁਰੂ ਦੇ ਸਿੰਘ ਜਾਂ ਇਹ ਜਿਹੜਾ ਜਜ਼ਬਾ ਇਹ ਆਈ ਉੱਠੂਗਾ ਤੇ ਇਸੇ ਤਰ੍ਹਾਂ ਸੰਘਰਸ਼ੀ ਬੰਦੇ ਆ ਕੇ ਲੜਨਗੇ ਤੇ ਆਪਦੇ ਹੱਕਾਂ ਖਾਤਰ ਆਪਦੀ ਆਵਾਜ਼ ਬੁਲੰਦ ਕਰਨਗੇ। ਹੁਣ ਬਹੁਤ ਕੁਝ ਅੱਜ ਦੇ ਦਿਨ ਤੋਂ ਕਲੀਅਰ ਹੁੰਦਾ। ਇੱਕ ਗੱਲ ਇਹ ਕਲੀਅਰ ਹੁੰਦੀ ਆ ਵੀ ਇਹ ਸਰਕਾਰ ਕੱਲ ਤੱਕ ਕਿੱਡਾ ਵੱਡੇ ਤੌਰ ਤੇ ਇਹ ਗੱਲ ਪ੍ਰਚਾਰ ਰਹੀ ਸੀ ਵੀ ਸਾਡੇ ਨਾਲ ਤੁਸੀਂ ਖੇਤੀ ਕਾਨੂੰਨ ਤੁਹਾਡੇ ਹੱਕ 'ਚ ਆ, ਤੁਸੀਂ ਖੇਤੀ ਕਾਨੂੰਨਾਂ ਨੂੰ ਸਮਝ ਨਹੀਂ ਪਾ ਰਹੇ, ਤੁਸੀਂ ਖੇਤੀ ਕਾਨੂੰਨਾਂ ਤੇ ਸਾਡੇ ਨਾਲ ਆ ਕੇ ਕਿਸੇ ਰੀਜ਼ਨ ਦੇ ਕੇ ਗੱਲ ਕਰੋ। ਅਸੀਂ ਰੀਜ਼ਨ ਵੀ ਦਿੱਤੇ, ਅਸੀਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਕਦੇ ਨਹੀਂ ਇਹ ਸਮਝੇ। 700 ਸਾਡੇ ਕਿਸਾਨ ਆਪਦੀਆਂ ਜਾਨਾਂ ਕੁਰਬਾਨ ਕਰ ਗਏ, ਟਾਈਮ ਰਿਸੋਰਸਿਸ ਕਿੰਨਾ ਕੁਛ ਲੱਗਿਆ, 1 ਸਾਲ ਤੋਂ ਵੱਧ ਬੰਦਿਆਂ ਨੂੰ, ਸਾਡੇ ਬਜ਼ੁਰਗਾਂ ਨੂੰ ਉੱਥੇ ਬੈਠਿਆਂ ਹੋ ਗਿਆ। ਪਰ ਅੱਜ ਆ ਕੇ ਚੋਣਾਂ ਦੇ ਕੋਲੇ ਆ ਕੇ ਸਿੱਖਾਂ ਨੂੰ ਖੁਸ਼ ਕਰਨ ਦੀ ਜਿਹੜੀ ਅੱਜ ਇੱਕ ਇਹਨਾਂ ਨੇ ਐਲਾਨ ਕੀਤਾ ਵੀ ਇਸ ਕਮਿਊਨਿਟੀ ਨੂੰ ਖੁਸ਼ ਕਰੋ। ਪਹਿਲਾਂ ਤਾਂ ਇਸ ਕਮਿਊਨਿਟੀ ਨੂੰ ਜੇ ਸੰਘਰਸ਼ ਕਰਦੇ ਆ ਤਾਂ ਉਹ ਸੰਘਰਸ਼ ਤੋਂ ਆਈਸੋਲੇਟ ਕਰੋ ਤੇ ਇਹਨਾਂ ਦੀਆਂ ਆਪਸ 'ਚ ਤਰੇੜਾਂ ਤੇ ਦਰਾਰਾਂ ਪਵਾ ਦਿਓ ਤਾਂ ਕਿ ਪਹਿਲਾਂ ਤਾਂ ਇਕੱਠੇ ਨਾ ਹੋ ਸਕਣ, ਜਥੇਬੰਦਕ ਨਾ ਹੋ ਸਕਣ ਤੇ ਸੰਘਰਸ਼ ਦਾ ਪਾਰਟ ਵੀ ਨਾ ਬਣ ਸਕਣ। ਉਦੋਂ ਬਾਅਦ ਅਸੀਂ ਕਿਸੇ ਵੀ ਸੰਘਰਸ਼ ਨੂੰ ਹੈਂਡਲ ਕਰ ਲਾਂਗੇ। ਸੋ ਇਹ ਗੱਲਾਂ ਆਪਾਂ ਬੜੀਆਂ ਵਿਚਾਰਨੀਆਂ, ਸਮਾਂ ਬੜਾ ਸੈਂਸਿਟਿਵ ਆ, ਹਨਾ। ਘਟਨਾਵਾਂ ਵਾਪਰਨਗੀਆਂ, ਘਟਨਾਵਾਂ ਨੂੰ ਆਪਾਂ ਪ੍ਰੋਪੇਗੈਂਡਾ ਲੈਵਲ ਤੇ ਨਹੀਂ ਦੇਖਣਾ, ਘਟਨਾਵਾਂ ਨੂੰ ਐਨਾਲਾਈਜ਼ ਕਰਨਾ, ਐਨਾਲਾਈਜ਼ ਕਰਕੇ ਫਿਰ ਉਹਨਾਂ ਦਾ ਸਾਡੇ ਤੇ ਅਸਰ ਕੀ ਪਊਗਾ, ਉਹਨਾਂ ਘਟਨਾਵਾਂ ਦੀ ਵਿਸ਼ੇਸ਼ਤਾ ਕੀ ਆ, ਮਹੱਤਤਾ ਕੀ ਆ, ਇਹਨਾਂ ਚੀਜ਼ਾਂ ਨੂੰ ਸਮਝ ਕੇ ਹੀ ਕੋਈ ਅੱਗੇ ਆਪਾਂ ਸਟੈਪ ਲਵਾਂਗੇ। ਅੱਜ ਸਮਾਂ ਇਹ ਆ ਵੀ ਸਾਡੀ ਜਿਹੜੀ ਜਿੱਤ ਆ ਉਹ ਸਾਡੇ ਬਾਰਡਰਾਂ ਤੇ ਬੈਠੇ ਕਿਸਾਨਾਂ ਦੀ ਆ, ਸਾਡੇ ਸੰਘਰਸ਼ੀ ਬੰਦਿਆਂ ਦੀ ਆ ਤੇ ਨਿਹੰਗ ਸਿੰਘਾਂ ਦੀ ਆ ਜਿਹੜੇ ਉੱਥੇ ਨਿਸ਼ਾਨ ਸਾਹਿਬ ਦੀ ਅਗਵਾਈ 'ਚ ਬੈਠੇ ਆ। ਪੰਥ ਦੀ ਜਿੱਤ ਆ। ਸ਼੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਅੱਜ ਇੱਕ ਗੱਲ ਤਾਂ ਇਹ ਸਰਕਾਰ ਨੂੰ ਵੀ ਸਮਝ ਆ ਗਈ ਵੀ ਸਿੱਖਾਂ ਨੂੰ ਜਾਂ ਇਸ ਕਮਿਊਨਿਟੀ ਨੂੰ ਜੇ ਅਸੀਂ ਕਹਾਂਗੇ ਵੀ ਇਹਨਾਂ ਨੂੰ ਇਹਨਾਂ ਦੇ ਹੱਕ ਨਹੀਂ ਮਿਲਣੇ ਚਾਹੀਦੇ, ਇਹ ਖਾਲੀ ਹੱਥ ਨਹੀਂ ਜਾਂਦੇ, ਇਹ ਕਿਸੇ ਵੀ ਐਕਸਟੈਂਟ ਤੱਕ ਜਾ ਕੇ ਸੰਘਰਸ਼ ਕਰਨ ਦਾ ਜਜ਼ਬਾ ਰੱਖਦੇ ਆ। ਇਹ ਚਿਣਗਾਂ ਸਾਡੇ ਅੰਦਰ ਸਾਡੇ ਗੁਰੂ ਸਾਹਿਬਾਨਾਂ ਨੇ ਲਾਈਆਂ, ਇਹ ਚਿਣਗਾਂ ਸਾਡੇ ਅੰਦਰੋਂ ਨਹੀਂ ਖਤਮ ਹੋ ਸਕਦੀਆਂ। ਅਗਲੀ ਜਿਹੜੀ ਗੱਲ ਬੜੀ ਇੰਪੋਰਟੈਂਟ ਆ, ਅੱਜ ਸਾਡੇ ਲਈ ਸੋਲੀਡੈਰਿਟੀ ਦਿਖਾਉਣ ਦਾ ਸਮਾਂ, ਇੱਕ ਜਿਹੜਾ ਸਾਡੇ ਕੋਲੇ ਏਕਤਾ ਦਾ ਜਜ਼ਬਾ ਹੋਣਾ ਚਾਹੀਦਾ, ਉਹ ਦਿਖਾਉਣ ਦਾ ਸਮਾਂ। ਕਿਸਾਨ ਆਗੂ ਕਿਸ ਤਰ੍ਹਾਂ ਇਸ ਪੂਰੀ ਗੱਲ ਨੂੰ ਐਨਾਲਾਈਜ਼ ਕਰਦੇ ਆ, ਉਹਨਾਂ ਦਾ ਕੀ ਸਟੈਂਡ ਹੁੰਦਾ, ਇਸ ਗੱਲ ਨੂੰ ਵੀ ਆਪਾਂ ਸਮਝ ਕੇ ਉਸ ਸੰਘਰਸ਼ ਦੇ ਤੇ ਉਹਨਾਂ ਦੇ ਨਾਲ ਰਹਿਣਾ। ਕਿਉਂਕਿ ਗੱਲ ਇਹ ਆ ਵੀ ਇਹ ਕਲੈਕਟਿਵ ਇੱਕ ਵਿਕਟਰੀ ਆ, ਕਲੈਕਟਿਵ ਡਿਸੀਜਨ ਹੀ ਹੁਣ ਅੱਗੇ ਲਿਆ ਜਾਊਗਾ। ਗਵਰਨਮੈਂਟ ਨੇ ਜੋ ਕਹਿਣਾ ਸੀ ਉਹ ਤਾਂ ਕਹਿਤਾ। ਦੇਖੋ 26 ਤੱਕ ਇਹਨਾਂ ਨੇ ਮੀਟਿੰਗਾਂ ਕੀਤੀਆਂ, 26 ਤੋਂ ਬਾਅਦ ਕੋਈ ਮੀਟਿੰਗ ਨਹੀਂ, ਆ ਕੇ ਸਿੱਧਾ ਯੂਨੀਲੈਟਰਲੀ ਇਹ ਸਾਡਾ ਫੈਸਲਾ ਵੀ ਅਸੀਂ ਕਾਨੂੰਨ ਰੱਦ ਕਰਦੇ ਹਾਂ, ਸਿੱਧਾ ਯੂਨੀਲੈਟਰਲੀ ਇਹ ਆ ਕੇ ਸਾਨੂੰ ਗੱਲ ਕਹੀ ਗਈ। ਸੋ ਇਹ ਕੋਈ ਆਮ ਗੱਲ ਨਹੀਂ ਆ, ਇਹਦੇ ਪਿੱਛੇ ਕੀ ਕੁਝ ਵਾਪਰ ਰਿਹਾ, ਜੀਓਪੋਲੀਟੀਕਲ ਜਿਹੜਾ ਸਿਨੈਰੀਓ ਆ ਉਹ ਰੀਜ਼ਨਸ ਕੀ ਆ, ਹਨਾ। ਇੱਕ ਪਾਸੇ ਚਾਈਨਾ, US, ਰਸ਼ੀਆ, ਇਹ ਜਿਹੜੇ ਪਾਵਰ ਸੈਂਟਰ ਬਣ ਰਹੇ ਆ ਉਹ ਕੀ ਬਣ ਰਹੇ ਆ,
ਉੱਥੇ ਆਰਮਡ ਫੋਰਸਿਸ 'ਚ ਸਿੱਖਾਂ ਦੀ ਕੀ ਭੂਮਿਕਾ ਸਾਡੀ, ਇਹ ਬੜੇ ਰੀਜ਼ਨਸ ਆ ਇਹਦੇ ਪਿੱਛੇ। ਸਾਨੂੰ ਕਿਸ ਤਰ੍ਹਾਂ ਸਟੇਟ ਹੁਣ ਹੈਂਡਲ ਕਰਨਾ ਚਾਹੁੰਦੀ ਆ ਜਾਂ ਪੰਜਾਬ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਚਾਹੁੰਦੀ ਆ, ਜੀਓਪੋਲੀਟੀਕਲ ਜਿਹੜਾ ਇੱਕ ਆਪਾਂ ਕਹਿੰਦੇ ਆ ਉਹ ਰੀਜ਼ਨਸ ਕੀ ਆ। ਇਹ ਰੀਜ਼ਨਸ ਨੂੰ ਵੀ ਵਾਚਣਾ ਪਊਗਾ, ਇਹਨਾਂ ਨੂੰ ਵੀ ਆਪਾਂ ਨੂੰ ਐਨਾਲਾਈਜ਼ ਕਰਨਾ ਪਊ, ਅਧਿਐਨ ਕਰਨਾ ਪਊ। ਸੋ ਮੈਂ ਇੱਕ ਗੱਲ ਜ਼ਰੂਰ ਕਹਿਣਾ ਵੀ ਅੱਜ ਗੁਰਪੁਰਬ ਦੇ ਦਿਨ ਤੇ ਜਿਨ੍ਹਾਂ ਕਿਸਾਨਾਂ ਨੇ ਆਪਦੀਆਂ ਜ਼ਿੰਦਗੀਆਂ ਕੁਰਬਾਨ ਕੀਤੀਆਂ ਉਹਨਾਂ ਲਈ ਵੀ ਦੀਵੇ ਆਪਾਂ ਬਾਲਾਂਗੇ, ਅਰਦਾਸ ਕਰਾਂਗੇ ਤਾਂ ਕਿ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਆਪਦੇ ਚਰਨਾਂ 'ਚ ਨਵਾਜ਼ਣ, ਜਗ੍ਹਾ ਦੇਣ, ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਲਖੀਮਪੁਰ ਖੀਰੀ 'ਚ ਜਿਹੜੇ ਸਾਡੇ ਸੰਘਰਸ਼ੀ ਬੰਦੇ ਜਿਨ੍ਹਾਂ ਉੱਥੇ ਜਾਨਾਂ ਗਈਆਂ ਉਹਨਾਂ ਨੂੰ ਵੀ ਅੱਜ ਆਪਾਂ ਉਹਨਾਂ ਦੀ ਰੂਹ ਦੀ ਜਾਂ ਉਹਨਾਂ ਦੀ ਜਿਹੜੀ ਇੱਕ ਆਪਾਂ ਕਹੀਏ ਵੀ ਗੁਰੂ ਸਾਹਿਬ ਦੇ ਕੋਲੇ ਉਹਨਾਂ ਦੀ ਜਗ੍ਹਾ, ਉਹਨਾਂ ਨੂੰ ਗੁਰੂ ਸਾਹਿਬ ਨਵਾਜ਼ਣ, ਉਹਦੇ ਲਈ ਵੀ ਅਰਦਾਸ ਕਰਾਂਗੇ। ਸੋ ਜਿੱਤ ਸੰਘਰਸ਼ੀ ਬੰਦਿਆਂ ਦੀ ਆ, ਸਾਡੇ ਜਿਹੜੇ NRI ਜਾਂ ਜਿਹੜਾ ਸਾਡਾ ਪੂਰਾ ਡਾਇਸਪੋਰਾ ਬੈਠਾ ਉਹਨਾਂ ਦੀ ਆ। ਉਹਨਾਂ ਨੇ ਇੰਨਾ ਸਪੋਰਟ ਕੀਤਾ ਇਸ ਸੰਘਰਸ਼ ਨੂੰ, ਪਰ ਹਜੇ ਆਉਣ ਵਾਲੇ ਸਮੇਂ 'ਚ ਜੋ ਇਨਸੀਡੈਂਟਸ ਅਨਫੋਲਡ ਹੋਣੇ ਆ ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ। ਉਹਨਾਂ ਇਨਸੀਡੈਂਟਸ ਨੂੰ ਆਪਾਂ ਐਨਾਲਾਈਜ਼ ਕਰਾਂਗੇ ਤੇ ਉਦੋਂ ਬਾਅਦ ਕੋਈ ਇੱਕ ਸਾਂਝਾ ਫੈਸਲਾ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਲਿਆ ਜਾਵੇ। ਕਿਸਾਨ ਜਥੇਬੰਦੀਆਂ ਦੇ ਆਗੂ ਇਸ ਫੈਸਲੇ ਨੂੰ ਕਿਵੇਂ ਦੇਖਦੇ ਆ ਇਹ ਗੱਲ ਵੀ ਆਪਾਂ ਸਮਝੀਏ। ਸਾਨੂੰ ਐਜ਼ ਅ ਕਮਿਊਨਿਟੀ ਜਾਂ ਪੰਜਾਬ ਨੂੰ ਐਜ਼ ਅ ਇੱਕ ਸੂਬੇ ਦੇ ਤੌਰ ਤੇ, ਇੱਕ ਸਟੇਟ ਦੇ ਤੌਰ ਤੇ ਕਿਵੇਂ ਇਸ ਫੈਸਲੇ ਨੂੰ ਲੈਣਾ ਚਾਹੀਦਾ ਇਹ ਵੀ ਦੇਖਣਾ ਪਊਗਾ। ਪਰ ਪੰਜਾਬ, ਹਰਿਆਣਾ, UP 'ਚ ਬੈਠੇ ਸੰਘਰਸ਼ੀ ਬੰਦਿਆਂ ਨੂੰ ਜਿਹੜੇ ਜਾਂ ਹੋਰ ਜਿਹੜੇ ਸਾਰੇ ਸੰਘਰਸ਼ੀ ਬੰਦਿਆਂ ਨੂੰ ਉਹਨਾਂ ਨੂੰ ਸਲਾਮ। ਸਾਰਿਆਂ ਦੀ ਜਿੱਤ ਆ, ਇੱਕ ਕਲੈਕਟਿਵ ਵਿਕਟਰੀ ਆ ਤੇ ਇਹਨੂੰ ਇੰਜੋਏ ਵੀ ਕਰੋ। ਇੱਕ ਸਿੰਬੋਲਿਕ ਗੱਲ ਇਹ ਆ ਵੀ ਜਿੱਥੇ ਉਹ ਕਦੇ ਖੜਦੇ ਹੀ ਨਹੀਂ ਸੀ ਆ ਕੇ, ਜਿਹੜੇ ਹੰਕਾਰ ਜਾਂ ਉਹਨਾਂ ਕੋਲ ਇੱਕ ਬਹੁਤ ਆਪਦਾ ਇੱਕ ਗਰੂਰ ਪੈਦਾ ਹੋ ਗਿਆ ਸੀ ਵੀ ਸਾਨੂੰ ਨਹੀਂ ਕੋਈ ਝੁਕਾ ਸਕਦਾ, ਤੁਸੀਂ ਉਸ ਗਰੂਰ ਨੂੰ ਝੁਕਾਤਾ, ਤੁਸੀਂ ਉਸ ਹੰਕਾਰ ਨੂੰ ਸੱਟ ਮਾਰੀ ਆ ਤੇ ਇਹ ਸੱਟ ਬੜਾ ਕੁਛ ਸਾਨੂੰ ਦੇ ਕੇ ਜਾਊਗੀ, ਬੜਾ ਕੁਛ ਖੜਾ ਕਰੂਗੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ, ਕਿਉਂਕਿ ਹਜੇ ਸ਼ੁਰੂਆਤ ਆ, ਆਪਾਂ ਗੱਲਬਾਤ ਫੇਰ ਕਰਾਂਗੇ। ਮੇਰੇ ਵੱਲੋਂ ਪਿਆਰ ਤੇ ਸਤਿਕਾਰ, ਜਿਉਂਦੇ ਵਸਦੇ ਰਹੋ, ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।